ਹਾਲੇਲੂਇਆ। ਜੈ ਮਸੀਹ ਦੀ, ਪ੍ਰਭੂ ਯਿਸੂ ਮਸੀਹ ਦੀ ਪਾਕ ਹਜ਼ੂਰੀ ਦੇ ਵਿੱਚ ਆਪ ਸਭਨਾਂ ਦਾ ਸਵਾਗਤ ਹੈ। ਸੋ ਮੈਂ ਥੋਮਸ ਕੋਹਾਲੀ, ਤੁਸੀਂ ਦੇਖ ਰਹੇ ਹੋ ਰੂਹਾਨ ਟੀਵੀ YouTube ਚੈਨਲ। ਸੋ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਪ੍ਰਭੂ ਯਿਸੂ ਮਸੀਹ ਦੇ ਬੜੇ ਅਭਿਸ਼ਿਕਤ ਦਾਸ ਪਾਸਟਰ ਸਰਵਣ ਮੇਜਰ ਜੀ, ਅਸੀਂ ਜਾਣਾਂਗੇ ਪ੍ਰਭੂ ਯਿਸੂ ਮਸੀਹ ਨੇ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ। ਆਈਏ ਅਸੀਂ ਜਾਣਾਂਗੇ ਉਹਨਾਂ ਦੇ ਜੀਵਨ ਦੀ ਗਵਾਹੀ। ਹਾਲੇਲੂਇਆ। ਪਾਸਟਰ ਸਾਹਿਬ ਜੀ, ਜੈ ਮਸੀਹ ਦੀ। ਸੋ ਰੂਹਾਨ ਟੀਵੀ YouTube ਚੈਨਲ ਤੇ ਆਪ ਦਾ ਸਵਾਗਤ ਕਰਦੇ ਹਾਂ। ਸੋ ਪੂਰੀ ਟੀਮ ਦੇ ਵੱਲੋਂ ਆਪਾਂ ਤੁਹਾਡਾ ਸਵਾਗਤ ਕਰਦੇ ਹਾਂ। ਸੋ ਅੱਜ ਅਸੀਂ ਜਾਣਾਂਗੇ ਕਿ ਪ੍ਰਭੂ ਯਿਸੂ ਮਸੀਹ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਕੰਮ ਕੀਤਾ। ਸੋ ਮੈਂ ਆਸ ਕਰਦਾ ਕਿ ਤੁਹਾਡੀ ਗਵਾਹੀ ਦੇ ਨਾਲ ਬਹੁਤ ਲੋਕ ਆਸ਼ੀਸ਼ ਨੂੰ ਔਰ ਬਲੈਸਿੰਗ ਨੂੰ ਹਾਸਲ ਕਰਨਗੇ। ਆਮੀਨ। ਸੋ ਮੈਂ ਬ੍ਰਦਰ ਥੋਮਸ ਕੋਹਾਲੀ ਅਤੇ ਰੂਹਾਨ ਟੀਵੀ ਚੈਨਲ ਦਾ ਔਰ ਰੂਹਾਨ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਮੇਰਾ ਨਾਮ ਪਾਸਟਰ ਸਰਵਣ ਮੇਜਰ ਔਰ ਪਿੰਡ ਬੱਲੜਵਾਲ ਪੁਰਾਣਾ ਜ਼ਿਲ੍ਹਾ ਗੁਰਦਾਸਪੁਰ ਦਾ ਮੈਂ ਰਹਿਣ ਵਾਲਾ ਹਾਂ। ਸੋ ਮੇਰੇ ਜੀਵਨ ਦੀ ਗਵਾਹੀ ਦੇ ਦੁਆਰਾ ਪਰਮੇਸ਼ਰ ਆਪ ਸਭ ਨੂੰ ਬਹੁਤ ਸਾਰੀ ਆਸ਼ੀਸ਼ ਅਤੇ ਬਰਕਤ ਦੇਣਗੇ, ਇਹ ਮੇਰਾ ਵਿਸ਼ਵਾਸ ਹੈ। ਸੋ ਮੇਰੇ ਬਚਪਨ ਦੇ ਵਿੱਚ ਮੇਰੇ ਦਾਦਾ ਜੀ ਅਤੇ ਮੇਰੇ ਦਾਦੀ ਜੀ ਪਰਮੇਸ਼ਰ ਦੀ ਸੇਵਕਾਈ ਕਰਦੇ ਸਨ। ਇੱਥੋਂ ਤੱਕ ਕਿ ਉਹ ਪਰਮੇਸ਼ਰ ਦੀ ਸੇਵਕਾਈ ਕਰਦਿਆਂ ਪਰਮੇਸ਼ਰ ਦੇ ਕੋਲ ਚਲੇ ਗਏ ਅਤੇ ਉਹਨਾਂ ਦੇ ਮਨ ਦਾ ਇਹ ਵਿਚਾਰ ਸੀ, ਉਹਨਾਂ ਦਾ ਇਹ ਦਰਸ਼ਨ ਸੀ ਕਿ ਮੈਂ ਵੀ ਵੱਡਾ ਹੋ ਕੇ ਪਰਮੇਸ਼ਰ ਦੀ ਸੇਵਕਾਈ ਹੀ ਕਰਾਂ। ਮੇਰਾ ਜਨਮ ਬੇਸ਼ੱਕ ਇੱਕ ਮਸੀਹ ਪਰਿਵਾਰ ਵਿੱਚ ਹੋਇਆ, ਪਰ ਮੇਰੀ ਜ਼ਿੰਦਗੀ ਵਿੱਚ ਪਰਮੇਸ਼ਰ ਦੇ ਵਚਨ ਦੀ ਕਦਰ ਨਹੀਂ ਸੀ ਔਰ ਬਹੁਤ ਸਾਰੀਆਂ ਬੁਰੀਆਂ ਆਦਤਾਂ ਮੇਰੀ ਜ਼ਿੰਦਗੀ ਵਿੱਚ ਸਨ, ਜਿਵੇਂ ਨਸ਼ਾ ਕਰਨਾ, ਯਾਰਾਂ ਦੋਸਤਾਂ ਦੇ ਨਾਲ ਹੁੱਲੜਬਾਜ਼ੀ ਕਰਨਾ ਔਰ ਆਪਣੇ ਮੰਮੀ ਪਾਪਾ ਦੀ ਅਣਆਗਿਆਕਾਰੀ ਕਰਨਾ ਔਰ ਲੜਾਈ ਝਗੜੇ ਕਰਨਾ। ਇਹ ਸਭ ਮੇਰੀ ਆਦਤ ਬਣ ਚੁੱਕਿਆ ਸੀ। ਜਦੋਂ ਕਦੇ ਬੰਦਗੀ ਵਿੱਚ ਜਾਣਾ ਤਾਂ ਬੰਦਗੀ ਵਿੱਚ ਜਾ ਕੇ ਵੀ ਉਸ ਪਰਮੇਸ਼ਰ ਦੀ ਇਬਾਦਤ ਨੂੰ ਮਜ਼ਾਕ ਦੇ ਵਿੱਚ ਲੈਣਾ, ਪਰਮੇਸ਼ਰ ਦੇ ਦਾਸਾਂ ਨੂੰ ਵਚਨ ਸੁਣਾਉਂਦੇ ਸਮੇਂ ਮਜ਼ਾਕ ਕਰਨੇ, ਇਹ ਮੇਰੀ ਆਦਤ ਬਣ ਚੁੱਕਾ ਸੀ ਔਰ ਮੈਂ ਕਿਸੇ ਵੀ ਰੂਪ ਦੇ ਵਿੱਚ ਪਰਮੇਸ਼ਰ ਦੀ ਖਿਦਮਤ ਨਹੀਂ ਸੀ ਕਰ ਸਕਦਾ, ਇਹ ਮੇਰੀ ਸੋਚ ਸੀ। ਮੇਰੀ ਸ਼ਾਦੀ ਇੱਕ ਗੈਰ ਮਸੀਹ ਪਰਿਵਾਰ ਵਿੱਚ ਹੋਈ ਔਰ ਮੇਰੀ ਸ਼ਾਦੀ ਤੋਂ ਅਚਾਨਕ 5 ਮਹੀਨੇ ਬਾਅਦ ਮੇਰੀ ਪਤਨੀ ਬਹੁਤ ਬਿਮਾਰ ਰਹਿਣ ਲੱਗੀ ਔਰ ਟੈਸਟਾਂ ਤੋਂ ਬਾਅਦ ਪਤਾ ਲੱਗਾ ਕਿ ਮੇਰੀ ਪਤਨੀ ਦੇ ਦੋਨੋਂ ਗੁਰਦੇ ਖਰਾਬ ਹੋ ਚੁੱਕੇ ਹਨ। ਖਰਾਬ ਗੁਰਦਿਆਂ ਦਾ ਇਲਾਜ ਲਗਾਤਾਰ ਕਈ ਮਹੀਨੇ ਚੱਲਦਾ ਰਿਹਾ, ਇੱਥੋਂ ਤਾਈਂ ਕਿ ਲਗਾਤਾਰ 1.5 ਸਾਲ ਇਲਾਜ ਚੱਲਿਆ। ਲਗਾਤਾਰ ਇਲਾਜ ਚੱਲਣ ਦੇ ਬਾਵਜੂਦ ਵੀ ਕੋਈ ਵੀ ਆਰਾਮ ਨਹੀਂ ਸੀ ਆ ਰਿਹਾ। ਆਖਰਕਾਰ ਡਾਕਟਰ ਲੋਕਾਂ ਨੇ ਮੈਨੂੰ ਸਲਾਹ ਦਿੱਤੀ ਕਿ ਤੇਰੀ ਪਤਨੀ ਦੇ ਗੁਰਦੇ ਠੀਕ ਨਹੀਂ ਹੋ ਸਕਦੇ ਕਿਉਂਕਿ ਬਹੁਤ ਜ਼ਿਆਦਾ ਇਨਫੈਕਸ਼ਨ ਵੱਧ ਚੁੱਕੀ ਆ ਔਰ ਥੋੜੇ ਦਿਨਾਂ ਦੇ ਵਿੱਚ ਤੇਰੀ ਪਤਨੀ ਮਰ ਜਾਵੇਗੀ। ਮੈਂ ਆਪਣੀ ਪਤਨੀ ਨਾਲ ਬਹੁਤ ਪਿਆਰ ਕਰਦਾ ਸੀ ਔਰ ਕਿਸੇ ਵੀ ਰੂਪ ਦੇ ਵਿੱਚ ਮੈਂ ਆਪਣੀ ਪਤਨੀ ਨੂੰ ਖੋਣਾ ਨਹੀਂ ਸੀ ਚਾਹੁੰਦਾ। ਆਖਰਕਾਰ ਡਾਕਟਰਾਂ ਨੇ ਮੇਰੀ ਪਤਨੀ ਨੂੰ ਜਵਾਬ ਦੇ ਦਿੱਤਾ ਅਤੇ ਮੈਂ ਆਪਣੀ ਪਤਨੀ ਨੂੰ ਲੈ ਕੇ ਆਪਣੇ ਘਰ ਆਇਆ। ਇਸ ਸਮੱਸਿਆ ਦਾ ਹੱਲ ਕਿਤੋਂ ਵੀ ਨਜ਼ਰ ਨਾ ਆਉਣ ਤੇ ਮੈਂ ਤੇ ਮੇਰੇ ਪਰਿਵਾਰ ਨੇ ਪਰਮੇਸ਼ਰ ਦੇ ਦਾਸਾਂ ਨੂੰ ਆਪਣੇ ਘਰ ਬੁਲਾਇਆ। ਪਰਮੇਸ਼ਰ ਦੇ ਦਾਸ ਮੇਰੀ ਪਤਨੀ ਦੇ ਲਈ ਪ੍ਰਾਰਥਨਾ ਕਰ ਰਹੇ ਸਨ। ਪ੍ਰਾਰਥਨਾ ਤੋਂ ਬਾਅਦ ਪਰਮੇਸ਼ਰ ਦੇ ਲੋਕਾਂ ਨੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿਖਾਉਣਾ ਸ਼ੁਰੂ ਕੀਤਾ। ਮੇਰੀ ਜ਼ਿੰਦਗੀ ਵਿੱਚ ਇਹ ਉਹ ਸਮਾਂ ਸੀ ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਬੜੇ ਧਿਆਨ ਅਤੇ ਬੜੀ ਤਵੱਜੋ ਦੇ ਕੇ ਸੁਣ ਰਿਹਾ ਸੀ। ਔਰ ਮੈਂ ਦੱਸਣਾ ਚਾਹੁੰਦਾ ਹਾਂ, ਵਚਨ ਤੋਂ ਬਾਅਦ ਪ੍ਰਾਰਥਨਾ ਕਰਦੇ ਸਮੇਂ ਪਰਮੇਸ਼ਰ ਦੇ ਦਾਸ ਪਵਿੱਤਰ ਆਤਮਾ ਦੇ ਅਗਵਾਈ ਦੇ ਵਿੱਚ ਮੈਨੂੰ ਬੋਲੇ ਕਿ ਪਰਮੇਸ਼ਰ ਨੇ ਸਾਡੇ ਨਾਲ ਤੇਰੇ ਪ੍ਰਤੀ ਕੋਈ ਗੱਲ ਕੀਤੀ ਹੈ। ਸੋ ਮੇਰੀ ਜ਼ਿੰਦਗੀ ਵਿੱਚ ਇਹ ਆਸ ਅਤੇ ਵਿਸ਼ਵਾਸ ਸੀ ਕਿ ਮੇਰੀ ਬਿਮਾਰ ਪਤਨੀ ਦੇ ਲਈ ਪਰਮੇਸ਼ਰ ਨੇ ਜ਼ਰੂਰ ਅੱਜ ਆਪਣੇ ਦਾਸਾਂ ਦੇ ਨਾਲ ਗੱਲ ਕੀਤੀ ਹੈ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਪਰਮੇਸ਼ਰ ਦੇ ਦਾਸ ਪ੍ਰਾਰਥਨਾ ਤੋਂ ਉੱਠਣ ਬਾਅਦ ਬੋਲਣ ਲੱਗੇ ਕਿ ਪਰਮੇਸ਼ਰ ਦੇ ਆਤਮਾ ਨੇ ਸਾਨੂੰ ਦੱਸਿਆ ਹੈ ਕਿ ਪਰਮੇਸ਼ਰ ਚਾਹੁੰਦੇ ਹਨ ਕਿ ਤੂੰ ਪਰਮੇਸ਼ਰ ਦੀ ਸੇਵਕਾਈ ਕਰ। ਸੋ ਮੈਂ ਪਰਮੇਸ਼ਰ ਦੇ ਦਾਸਾਂ ਨੂੰ ਆਪਣੀ ਪਤਨੀ ਦੇ ਲਈ ਪੁੱਛਿਆ, ਪਰ ਪਰਮੇਸ਼ਰ ਦੇ ਦਾਸ ਆਖਣ ਲੱਗੇ ਕਿ ਪਰਮੇਸ਼ਰ ਨੇ ਤੇਰੀ ਬਿਮਾਰ ਪਤਨੀ ਦੇ ਲਈ ਸਾਡੇ ਨਾਲ ਕੋਈ ਵੀ ਗੱਲ ਨਹੀਂ ਕੀਤੀ, ਜੋ ਅਸੀਂ ਬੋਲਿਆ ਹੈ ਉਸ ਉੱਤੇ ਵਿਸ਼ਵਾਸ ਕਰ, ਔਰ ਚਲੇ ਗਏ। ਸੋ ਇੱਧਰ ਮੇਰੀ ਬਿਮਾਰ ਪਤਨੀ ਦਿਨ ਅਤੇ ਰਾਤ ਆਪਣੀ ਬਿਮਾਰੀ ਅਤੇ ਆਪਣੀ ਬਹੁਤ ਭਿਆਨਕ ਦਰਦ ਦੇ ਕਾਰਨ ਦਿਨ ਅਤੇ ਰਾਤ ਕਲਪ ਰਹੀ ਸੀ। ਲਗਾਤਾਰ 20 ਦਿਨ ਤੜਪਣ ਤੋਂ ਬਾਅਦ ਮੇਰੇ ਕੋਲ ਕੁਝ ਪੈਸਿਆਂ ਦਾ ਇੰਤਜ਼ਾਮ ਹੋਇਆ। ਮੈਂ ਆਪਣੀ ਬਿਮਾਰ ਪਤਨੀ ਨੂੰ ਲੈ ਕੇ ਵਾਪਸ ਫਿਰ ਹਸਪਤਾਲ ਦੇ ਰਾਹ ਤੁਰ ਪਿਆ। ਉਸੇ ਹਸਪਤਾਲ ਜਿਸ ਹਸਪਤਾਲ ਤੋਂ ਮੇਰੀ ਪਤਨੀ ਨੂੰ ਜਵਾਬ ਮਿਲਿਆ ਸੀ ਔਰ ਰਸਤੇ ਦੇ ਵਿੱਚ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ
ਯਾਦ ਕਰ ਰਿਹਾ ਸੀ ਜੋ ਪਰਮੇਸ਼ਰ ਦੇ ਦਾਸ ਨੇ ਮੈਨੂੰ ਬੋਲੀਆਂ ਸਨ ਕਿ ਪਰਮੇਸ਼ਰ ਤੇਰੇ ਕੋਲੋਂ ਆਪਣੀ ਸੇਵਕਾਈ ਦਾ ਕੰਮ ਚਾਹੁੰਦੇ ਹਨ। ਇਹਨਾਂ ਗੱਲਾਂ ਨੂੰ ਯਾਦ ਕਰਕੇ ਮੈਂ ਡਾਕਟਰ ਦੀਆਂ ਕਈਆਂ ਗੱਲਾਂ ਨੂੰ ਵੀ ਯਾਦ ਕਰ ਰਿਹਾ ਸੀ ਜੋ ਡਾਕਟਰ ਨੇ ਦੱਸਿਆ ਸੀ ਕਿ ਤੈਨੂੰ ਦੁਬਾਰਾ ਹਸਪਤਾਲ ਆਉਣ ਦੀ ਜ਼ਰੂਰਤ ਨਹੀਂ ਆ, ਕਿਉਂਕਿ ਤੇਰੀ ਪਤਨੀ ਬਚੇਗੀ ਨਹੀਂ, ਇਸ ਦੀ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ ਕਿਉਂਕਿ ਗੁਰਦੇ ਬਿਲਕੁਲ ਖਤਮ ਹੋ ਚੁੱਕੇ ਹਨ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੈਂ ਆਪਣੀ ਬਿਮਾਰ ਪਤਨੀ ਨੂੰ ਲੈ ਕੇ ਹਸਪਤਾਲ ਜਾ ਰਿਹਾ ਸੀ। ਅਚਾਨਕ ਮੈਂ ਰਸਤੇ ਦੇ ਵਿੱਚ ਰੁਕ ਗਿਆ ਅਤੇ ਪਰਮੇਸ਼ਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਦੇ ਵਿੱਚ ਪਰਮੇਸ਼ਰ ਨੂੰ ਆਖਿਆ, ਹੇ ਪਰਮੇਸ਼ਰ, ਨਾ ਤਾਂ ਇਸ ਜਗ੍ਹਾ ਤੇ ਪਵਿੱਤਰ ਬਾਈਬਲ ਹੈ, ਨਾ ਕੋਈ ਤੇਰਾ ਦਾਸ ਹੈ, ਨਾ ਕੋਈ ਭਵਨ ਹੈ, ਪਰ ਮੈਂ ਬਚਪਨ ਤੋਂ ਹੁਣ ਤੱਕ ਸੁਣਦਾ ਆ ਰਿਹਾ ਹੈ ਕਿ ਤੂੰ ਹਰ ਜਗ੍ਹਾ ਮੌਜੂਦ ਹੈ। ਜੇ ਤੂੰ ਇਸ ਜਗ੍ਹਾ ਤੇ ਮੌਜੂਦ ਹੈ ਤਾਂ ਪਰਮੇਸ਼ਰ ਮੇਰੀ ਆਵਾਜ਼ ਨੂੰ ਸੁਣ। ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਤੇਰੇ ਦਾਸ ਲੋਕਾਂ ਨੇ ਮੈਨੂੰ ਇਹ ਦੱਸਿਆ ਹੈ ਕਿ ਪਰਮੇਸ਼ਰ ਤੇਰੇ ਕੋਲੋਂ ਸੇਵਾ ਚਾਹੁੰਦਾ ਹੈ। ਹੇ ਖੁਦਾਵੰਦ, ਮੈਂ ਜਾਣਦਾ ਹਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਗੁਨਾਹ ਹਨ, ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਪਾਪ ਹਨ ਜਿਨ੍ਹਾਂ ਦੇ ਕਾਰਨ ਮੈਂ ਇਸ ਗੱਲ ਦੇ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਰੱਖਦਾ ਕਿ ਤੇਰੀ ਸੇਵਾ ਕਰਾਂ, ਮੈਂ ਇਸ ਯੋਗ ਨਹੀਂ ਆ ਕਿ ਤੇਰੀ ਸੇਵਾ ਕਰਾਂ। ਹੇ ਪਰਮੇਸ਼ਰ, ਜੇ ਇਹ ਸੱਚਾਈ ਹੈ, ਜੇ ਤੂੰ ਆਪਣੇ ਦਾਸਾਂ ਦੇ ਨਾਲ ਗੱਲ ਕੀਤੀ ਹੈ ਕਿ ਤੂੰ ਮੇਰੇ ਕੋਲੋਂ ਸੇਵਾ ਚਾਹੁੰਦਾ ਹੈ, ਤਾਂ ਖੁਦਾਵੰਦਾ ਮੈਂ ਅੱਜ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਆਪਣੇ ਸਾਰੇ ਪਾਪਾਂ ਨੂੰ ਛੱਡ ਦਿਆਂਗਾ ਔਰ ਮੈਂ ਤੇਰੀ ਸੇਵਕਾਈ ਕਰਨ ਦੇ ਲਈ ਪਰਮੇਸ਼ਰ ਤਿਆਰ ਹਾਂ। ਪਰ ਮੇਰੇ ਨਾਲ ਗੱਲ ਕਰ। ਸੱਚ ਜਾਣਿਓ ਮੇਰੇ ਅਜੀਜ਼ ਭੈਣ ਭਰਾਵੋ, ਪਰਮੇਸ਼ਰ ਦੇ ਪਵਿੱਤਰ ਆਤਮਾ ਨੇ ਮੈਨੂੰ ਇਹ ਮਹਿਸੂਸ ਕਰਵਾਇਆ ਕਿ ਪਰਮੇਸ਼ਰ ਮੇਰੀਆਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣ ਰਿਹਾ ਹੈ। ਜਦੋਂ ਮੈਂ ਇਹਨਾਂ ਗੱਲਾਂ ਨੂੰ ਮਹਿਸੂਸ ਕੀਤਾ ਤਾਂ ਪਵਿੱਤਰ ਆਤਮਾ ਦੇ ਵਿੱਚ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੀ ਬਿਮਾਰ ਪਤਨੀ ਜ਼ਰੂਰ ਠੀਕ ਹੋ ਚੁੱਕੀ ਹੈ ਔਰ ਮੈਂ ਵਿਸ਼ਵਾਸ ਦੇ ਨਾਲ ਆਪਣੀ ਬਿਮਾਰ ਪਤਨੀ ਨੂੰ ਹਸਪਤਾਲ ਨਹੀਂ ਬਲਕਿ ਵਾਪਸ ਘਰ ਲਿਆਇਆ। ਔਰ ਵਾਪਸ ਆਉਂਦੇ ਸਮੇਂ ਸਾਡੇ ਨਗਰ ਤੋਂ ਤਕਰੀਬਨ 9 ਕਿਲੋਮੀਟਰ ਪਹਿਲਾਂ, ਜਦੋਂ ਅਸੀਂ ਅੰਮ੍ਰਿਤਸਰ ਤੋਂ ਆਪਣੇ ਪਿੰਡ ਨੂੰ ਆਉਂਦੇ ਆ, 9 ਕਿਲੋਮੀਟਰ ਪਹਿਲਾਂ ਘੁਮਾਣ ਆਉਂਦਾ ਹੈ, ਉੱਥੇ ਆ ਕੇ ਮੈਂ ਆਪਣੀ ਬਿਮਾਰ ਪਤਨੀ ਦੇ ਦੁਬਾਰਾ ਟੈਸਟ ਕਰਵਾਏ, ਜਿਨ੍ਹਾਂ ਟੈਸਟਾਂ ਤੋਂ ਪਤਾ ਲੱਗਾ ਕਿ ਮੇਰੀ ਬਿਮਾਰ ਪਤਨੀ ਦੇ ਦੋਨੋਂ ਖਰਾਬ ਗੁਰਦੇ ਯਿਸੂ ਮਸੀਹ ਦੀ ਕਿਰਪਾ ਦੇ ਨਾਲ ਬਦਲ ਚੁੱਕੇ ਹਨ। ਔਰ ਪਰਮੇਸ਼ਰ ਦੀ ਵੱਡੀ ਕਿਰਪਾ ਦੇ ਦੁਆਰਾ ਅੱਜ ਮੇਰੀ ਪਤਨੀ ਬਿਲਕੁਲ ਠੀਕ ਠਾਕ ਹੈ। ਅਸੀਂ ਅਗਲੇ ਦਿਨ ਹੀ ਜਾ ਕੇ ਪਰਮੇਸ਼ਰ ਦੇ ਦਾਸਾਂ ਨੂੰ ਆਪਣੇ ਘਰ ਬੁਲਾਇਆ ਔਰ ਪਰਮੇਸ਼ਰ ਦੇ ਦਾਸਾਂ ਨੂੰ ਮਿਲੇ ਔਰ ਪਰਮੇਸ਼ਰ ਦੇ ਦਾਸਾਂ ਦੇ ਕੋਲੋਂ ਆਪਣੇ ਪਾਪ ਵਾਲੇ ਜੀਵਨ ਤੋਂ ਪਛਤਾਤਾਪ ਕੀਤਾ, ਤੋਬਾ ਕੀਤੀ, ਬਪਤਿਸਮਾ ਲਿਆ ਔਰ ਪਰਮੇਸ਼ਰ ਦੀ ਖਿਦਮਤ ਦੇ ਲਈ, ਪਰਮੇਸ਼ਰ ਦੀ ਸੇਵਕਾਈ ਦੇ ਲਈ ਆਪਣੇ ਆਪ ਨੂੰ ਅਰਪਿਤ ਕਰ ਦਿੱਤਾ। ਸੋ ਇਸ ਗਵਾਹੀ ਨੂੰ ਆਪ ਸਭ ਦੇ ਰੂਬਰੂ ਕਰਨ ਦਾ ਮੁੱਖ ਕਾਰਨ ਇਹ ਨਹੀਂ ਕਿ ਪਰਮੇਸ਼ਰ ਨੇ ਮੇਰੀ ਬਿਮਾਰ ਪਤਨੀ ਦੇ ਗੁਰਦੇ ਬਦਲ ਦਿੱਤੇ, ਬਲਕਿ ਇਸ ਗਵਾਹੀ ਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਜਦੋਂ ਮੈਂ ਪਾਪ ਵਿੱਚ ਸੀ ਉਦੋਂ ਮੈਂ ਬਿਪਤਾ ਵਿੱਚ ਸੀ। ਜਦੋਂ ਮੈਂ ਪਾਪ ਨੂੰ ਛੱਡਿਆ, ਪਰਮੇਸ਼ਰ ਦੀ ਬੁਲਾਹਟ ਨੂੰ ਪਹਿਚਾਣਿਆ, ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ, ਤਾਂ ਪਰਮੇਸ਼ਰ ਨੇ ਮੇਰੇ ਉੱਤੇ ਵੱਡੀ ਕਿਰਪਾ ਕੀਤੀ। ਅੱਜ ਮੈਂ ਖੁਸ਼ਹਾਲ ਹਾਂ। ਉਹ ਮੇਰੀ ਪਤਨੀ ਜੋ 5 ਦਿਨਾਂ ਦੇ ਵਿੱਚ ਮਰਨ ਵਾਲੀ ਸੀ, ਅੱਜ ਪ੍ਰਭੂ ਦੀ ਵੱਡੀ ਕਿਰਪਾ ਦੇ ਨਾਲ ਖਿਦਮਤ ਦੇ ਵਿੱਚ, ਸੇਵਕਾਈ ਦੇ ਵਿੱਚ ਉਹ ਮੇਰੀ ਸਭ ਤੋਂ ਵੱਡੀ ਸਹਿਯੋਗੀ ਆ। ਉਹ ਮੇਰਾ ਸਾਥ ਦਿੰਦੀ ਪਰਮੇਸ਼ਰ ਦੇ ਕੰਮ ਦੇ ਵਿੱਚ, ਭੈਣਾਂ ਦੀ ਸੇਵਕਾਈ ਪਰਮੇਸ਼ਰ ਨੇ ਉਹਨੂੰ ਦਿੱਤੀ ਹੋਈ ਆ ਔਰ ਪਰਮੇਸ਼ਰ ਆਪਣੇ ਪਵਿੱਤਰ ਕੰਮਾਂ ਦੇ ਵਿੱਚ ਸਾਨੂੰ ਇਸਤੇਮਾਲ ਕਰ ਰਿਹਾ ਹੈ। ਪਰਮੇਸ਼ਰ ਦੇ ਵਚਨ 'ਚ ਲਿਖਿਆ, ਮੇਰੇ ਰਾਜ ਅਤੇ ਮੇਰੇ ਧਰਮ ਦੀ ਖੋਜ ਕਰੋ। ਮੇਰੇ ਅਜੀਜ਼ੋ, ਸਾਨੂੰ ਲੋੜ ਹੈ ਖੋਜ ਕਰਨ ਦੀ। ਪ੍ਰਭੂ ਦਾ ਵਚਨ ਬਿਆਨ ਕਰਦਾ ਹੈ, ਪਰਮੇਸ਼ਰ ਨੇ ਆਖਿਆ, ਮੈਂ ਯਹੋਵਾ ਪਰਮੇਸ਼ਰ ਨਰੋਇਆ ਕਰਨ ਵਾਲਾ ਪਰਮੇਸ਼ਰ ਹਾਂ। ਅੱਜ ਜੇ ਤੁਸੀਂ ਬਿਮਾਰ ਹੋ, ਅੱਜ ਜੇ ਤੁਸੀਂ ਲਾਚਾਰ ਹੋ, ਅੱਜ ਜੇ ਤੁਸੀਂ ਸ਼ੈਤਾਨ ਦੇ ਗੁਲਾਮ ਹੋ, ਤਾਂ ਆਪਣੇ ਆਪ ਨੂੰ ਜਾਂਚੀਏ, ਕਮੀ ਸਾਡੇ ਵਿੱਚ ਆ। ਖੁਦਾ ਮਹਾਨ ਹੈ, ਉਹ ਕਿਰਪਾ ਜ਼ਰੂਰ ਕਰੇਗਾ। ਗੋਡ ਬਲੈਸ ਯੂ। ਜੈ ਮਸੀਹ ਦੀ। ਧੰਨਵਾਦ। ਸੋ ਮੈਂ ਆਸ ਕਰਦਾ ਕਿ ਤੁਸੀਂ ਪ੍ਰਭੂ ਦੇ ਦਾਸ ਦੀ ਗਵਾਹੀ ਦੇ ਦੁਆਰਾ ਬੜੀ ਆਸ਼ੀਸ਼ ਨੂੰ, ਬੜੀ ਬਰਕਤ ਨੂੰ ਹਾਸਲ ਕੀਤਾ ਹੈ। ਸੋ ਮੈਂ ਦੁਆ ਕਰਦਾ ਹਾਂ ਪ੍ਰਭੂ ਦੇ ਦਾਸ ਦੇ ਲਈ, ਪਾਸਟਰ ਸਰਵਣ ਮੇਜਰ ਦੇ ਲਈ, ਉਹਨਾਂ ਦੀ ਪੂਰੀ ਫੈਮਿਲੀ ਦੇ ਲਈ, ਕਿ ਪ੍ਰਭੂ ਉਹਨਾਂ ਨੂੰ ਆਪਣੇ ਕੰਮਾਂ ਦੇ ਲਈ ਬੜਾ ਇਸਤੇਮਾਲ ਕਰੇ। ਸਾਰਿਆਂ ਨੂੰ ਜੈ ਮਸੀਹ ਦੀ।